सत श्री अकाल दोस्तों, प्रोग्राम अखबारी सत्त विच तुहाडा बहुत बहुत स्वागत। अज 2 फरवरी 2021 ते बठिंडे दा दादी पोती पार्क दे विच सत्थ ते सत्थ वाले साथी चर्चा उही चलदी है। बहुत कुछ है समाज दे विच, इन्ना कुछ विचर रहा भी की हुंदा भी जदों एक वड्डी लीक खिंची जाती है तो छोटियां जिहड़ियां ने ना उन्हां वल लोकी ध्यान नहीं देंदे, पर होर बथेरे मसले हुंदे आ। असीं उन्हां ते चर्चा जिहड़ी है वो नहीं करते। हमेशा कोई ना कोई एक गर्म हवा हॉट जिहड़ी हुंदी है खबर, असीं उहदे ते ज़्यादा चर्चा करनी सारे जने शुरू कर दिंदे आ। पर अज मेरी रिक्वेस्ट सारे भरावां नूं इह है, जिहड़े जने सत्थ च बैठे आपां इस मुद्दे तो हट के कोई होर मुद्दे ते आपां गल करिए। तो शुरुआत आपां करिए तारुफ तो। सरदार जोगिंदर सिंह, सरदार गुरमेल सिंह, सरदार दर्शन सिंह, सरदार गमदूर सिंह जी ते सरदार गुरदेव सिंह कोटफता साहब ते मैं शमिंदर सिंह। तो मैं जिहड़ी ये रिक्वेस्ट करदा, पहले तो मैं डॉक्टर साहब नूं पुछदा भी डॉक्टर साहब अज कोई होर मुद्दा जिहदे ते तुसीं कोई गल करनी चाहुंदे हो? सत्त दे साथियां नूं, दर्शकां नूं सत श्री अकाल। असल च ये शमिंदर जी ने बहुत वधिया गल कीती है कि असल दे विच ओह मुद्दा जिहड़ा हैगा बहुत डिस्कस हो चुका है। हुण ये उन्हां दा जिहड़ा धिरां दा आपस विधि रह गया भी मतलब असीं जिहड़ा हैगा, और ये भी गल हैगी है भी विचों ही कुछ उधर होई जांदा, कोई उधर वो नाकाबंदी करी जांदा, कोई कुछ करी जांदा। वे मुद्दे जिहड़े आ मतलब इन्हां ते डिस्कस करन हुण जी भी नहीं करदा भी की हो की रहा है, मतलब समझ नहीं आ रहा। चलो सो जिहड़ा अजकल जिहड़ा जो पखवां मसला दूसरा चल रहा हैगा, वो चल रहा हैगा पंचायती कौंसल और कारपोरेशन दियां चोणां दा। सो मैं उस बारे मतलब चाहूँगा भी यह जिहड़ा है डिस्कस किया जाए, क्योंकि वो प्योरली यह पब्लिक इशू है। तो ये 5 सालों के अरसे के बाद हुण जिहड़ियां दोबारा वोटां, ये एक लोकल सरकार है, इहनूं लोकल बॉडीज़ कहंदे आ। ये छोटी सरकार हुंदी आ साडे नेड़े दी। सो ਉਹਦੀ ਅਸੀਂ ਜਿਹੜੀ ਹੈਗੀ ਆ ਚੋਣ ਕਰਨੀ ਹੈ, ਬੰਦੇ ਚੁਣਨੇ ਨੇ ਮੈਂਬਰ, ਤੇ ਉਹਨਾਂ ਦੇ ਮੋਢੀ ਵੀ ਜਿਹੜੇ ਚੇਅਰਮੈਨ ਜਾਂ ਜੋ ਵੀ ਹੈ ਉਹ ਚੁਣਨੇ ਨੇ। ਸੋ ਅਸੀਂ ਜਦੋਂ ਬਹਿੰਦੇ ਹਾਂ ਨਾ ਪੰਚਾਇਤ ਦੇ ਵਿੱਚ, ਤਾਂ ਅਕਸਰ ਅਸੀਂ ਸ਼ਮਿੰਦਰ ਜੀ ਇਹ ਗੱਲਾਂ ਕਰਦੇ ਹੈਗੇ ਆ ਵੀ ਸਾਡਾ ਕਸੂਰ ਆ ਜਿਹੜਾ ਅਸੀਂ ਉਹ ਗੌਰਮੈਂਟ ਚੁਣੀ ਉਹ ਨਹੀਂ ਸਾਡੇ ਹੱਕ 'ਚ ਨਿਕਲੀ, ਉਹ ਗੌਰਮੈਂਟ ਚੁਣੀ ਅਸੀਂ ਸਟੇਟ ਦੀ ਉਹ ਨਹੀਂ ਸਾਡੇ ਹੱਕ 'ਚ ਨਿਕਲੀ। ਵੀ ਸਾਨੂੰ ਕੋਈ ਇਹੋ ਜਿਹੀ ਗੌਰਮੈਂਟ ਚੁਣਨੀ ਚਾਹੀਦੀ ਵੀ ਜਿਹੜੇ ਸਾਡੇ ਵੀ ਆਪਾਂ ਮਤਲਬ ਦੋਸ਼ ਪਬਲਿਕ ਨੂੰ ਦਿੱਤਾ ਜਾਂਦਾ ਵੀ ਇਹ ਵੀ ਤੁਸੀਂ ਸਹੀ ਬੰਦੇ ਨੂੰ ਮਤਲਬ ਵੋਟਾਂ ਨਹੀਂ ਪਾਈਆਂ ਜਾਂਦੀਆਂ, ਵੀ ਮਤਲਬ ਸਹੀ ਬੰਦਾ ਚੁਣ ਕੇ ਵੋਟਾਂ ਪਾਉਣੀਆਂ ਚਾਹੀਦੀਆਂ। ਹੁਣ ਮੈਂ ਇਸ ਨੂੰ ਕੁਐਸਚਨਰੀ ਮੇਰੀ ਫੇਰ ਉਹੀ ਹੈਗੀ ਆ ਵੀ ਇੱਕ ਵਾਰਡ ਹੈ, ਮੰਨ ਲਓ ਇੱਕ ਵਾਰਡ ਹੈ, ਉਹਦੇ ਵਿੱਚ 3 ਜਾਂ 4 ਬੰਦੇ ਖੜ੍ਹੇ ਆ, ਔਰ ਉਹ ਸਾਡੇ ਕੋਈ ਵੀ ਮਤਲਬ ਹੱਕ ਨਹੀਂ ਰੱਖਦਾ ਵੀ ਅਸੀਂ ਉਸ ਨੂੰ ਵੋਟ ਪਾਈਏ। ਤਾਂ ਦੱਸੋ ਫਿਰ ਹੁਣ ਕਿੱਧਰ ਜਾਈਏ? ਹੁਣ ਤਾਂ ਸਾਡੇ ਕੋਲ ਆ, ਆਪਾਂ ਪ੍ਰੀ ਪਲਾਨ ਕਰ ਰਹੇ ਹਾਂ ਵੀ ਵੋਟਾਂ ਹਾਲ ਤੱਕ 14 ਨੂੰ ਪੈਣੀਆਂ, ਵੀ ਅਸੀਂ ਕਿਹੜੇ ਬੰਦਿਆਂ ਨੂੰ ਪਾਈਏ। ਵੀ ਜੇ 3 ਬੰਦੇ ਖੜ੍ਹੇ, 3 ਹੀ ਕਾਬਲੀਅਤ ਨਹੀਂ ਰੱਖਦੇ, ਹੁਣ ਦੱਸੋ ਅਸੀਂ ਕਿੱਧਰ ਜਾਈਏ? ਜੇ ਅਸੀਂ ਵੋਟ ਨਹੀਂ ਪਾਉਂਦੇ ਤਾਂ ਫਿਰ ਸਾਨੂੰ ਇੱਕ ਗੱਲ ਦੱਸੀ ਜਾਂਦੀ ਹੈ, ਫੋਰਸ ਕੀਤੀ ਜਾਂਦੀ ਹੈ, ਕਿਸੇ ਨੂੰ ਲੱਖਾਂ ਕਰੋੜਾਂ ਰੁਪਈਆ ਪ੍ਰਚਾਰ ਕਰਨ ਲਈ ਦਿੱਤਾ ਜਾਂਦਾ, ਉਸ ਨੂੰ ਚੁਣਿਆ ਜਾਂਦਾ ਬੰਦੇ ਨੂੰ ਵੀ ਵੋਟਾਂ ਮਤਲਬ ਪਾਓ, ਇਹ ਤੁਹਾਡਾ ਹੱਕ ਹੈ, ਬੁਨਿਆਦੀ ਹੱਕ, ਵੀ ਇਸ ਨੂੰ ਤੁਸੀਂ ਜ਼ਰੂਰ ਵਰਤੋਂ ਕਰਨੀ ਹੈ ਇਸ ਦੇ ਵੋਟ 'ਤੇ। ਕਿ ਹੁਣ ਅਸੀਂ ਮੈਂ ਕਹਿੰਦਾ ਵੀ ਉਹ ਸਾਡੀ ਦੁਰਵਰਤੋਂ ਆ, ਜੇ ਅਸੀਂ ਹੁਣ ਉਹਨਾਂ ਨੂੰ ਪਤਾ ਦੱਸੋ ਜਾਈਏ ਕਿੱਧਰ? ਮਤਲਬ ਮੇਰੇ ਕੋਈ ਇਹ ਸਮਝ 'ਚ ਨਹੀਂ ਆ ਰਹੀ ਗੱਲ ਵੀ ਅਸੀਂ ਕਿਹਨੂੰ ਵੋਟ ਪਾਈਏ। ਸੈਕੰਡ ਗੱਲ ਹੈਗੀ ਆ, ਇੱਕ ਬੰਦਾ ਹੈ ਉਹ ਵਾਰਡ ਦੇ ਵਿੱਚ ਉਹ ਠੇਕੇਦਾਰ ਹੈ, ਜਿਹੜਾ ਦੂਜਾ ਬੰਦਾ ਹੋਰ ਪਾਰਟੀ ਦਾ ਉਹ ਵੀ ਠੇਕੇਦਾਰ ਹੈ, ਤੀਜਾ ਜਿਹੜਾ ਉਹ ਮਤਲਬ ਨੰਬਰਦਾਰ ਹੈ, ਚੌਥਾ ਫੇਰ ਨੰਬਰਦਾਰ ਹੈ। ਅਤੇ ਜੇ ਅਸੀਂ ਕਿਸੇ ਹੋਰ ਵਾਰਡ ਦੀ ਗੱਲ ਕਰੀਏ, ਮਤਲਬ ਫਿਰ ਮੈਨੂੰ ਹੁਣ ਇੱਥੋਂ ਤੱਕ ਵੀ ਹੁੰਦਾ ਵੀ ਬੇਸ਼ੱਕ ਚੰਗੀ ਨਾ ਲੱਗੇ ਕਿਸੇ ਗੱਲ ਨੂੰ, ਵੀ ਇੱਕ ਤਾਂ ਠੇਕੇਦਾਰਾਂ ਨੂੰ ਦੇ ਦਿਓ, ਕਿਉਂਕਿ ਜਿਹੜੇ ਉਹਨਾਂ ਨੇ ਡਿਵੈਲਪਮੈਂਟ ਦਾ ਨਾਂ ਲੈ ਕੇ ਠੇਕੇਦਾਰੀ, ਉਹ ਠੇਕੇਦਾਰ ਹਿੱਸਾ ਦੇਣਾ ਐਮਸੀ ਨੂੰ, ਵੀ ਉਹਨੂੰ ਦੇਣ ਦੀ ਲੋੜ ਨਹੀਂ ਪੈਣੀ, ਉਹ ਆਪੇ ਹੀ ਆਪਦੇ ਜੇਬ 'ਚ ਪਾ ਲੂਗਾ, ਸਾਨੂੰ ਕੋਈ ਉਹਦੀ ਲੋੜ ਨਹੀਂ ਰਹਿੰਦੀ। ਅੱਛਾ, ਸੌਰੀ ਮੈਂ ਤੁਹਾਡੀ ਗੱਲ ਕਰ ਰਿਹਾ, ਇਹ ਪਰਟੀਕੂਲਰ ਤੁਸੀਂ ਇੱਕ ਵਾਰਡ ਦੀ ਗੱਲ ਕਰ ਰਹੇ ਹੋ? ਨਹੀਂ ਜੀ, ਕਈ ਵਾਰਡਾਂ ਦੀ, ਸਾਰਿਆਂ ਦੀ ਤਾਂ ਨਹੀਂ, ਪਰ 5-4 ਵਾਰਡਾਂ ਦੀ ਹੈਗੀ ਗਾ, 5-4 ਵਾਰਡਾਂ ਦਾ ਜਿਨ੍ਹਾਂ ਦਾ ਮੈਨੂੰ ਪਤਾ ਲੱਗਿਆ ਹੈਗਾ। ਇੱਕ ਹੁਣ ਸਾਡਾ ਤਾਂ 8 ਵਾਰਡ ਹੈ, ਹੁਣ ਇੱਕ 30 ਵਾਰਡ ਹੈ, ਉੱਥੇ ਵੀ ਇੱਕ ਠੇਕੇਦਾਰ ਮਤਲਬ ਉੱਠਿਆ ਹੋਇਆ ਹੈਗਾ, ਉਹਦਾ ਚੌਂਕ ਦੇ ਵਿੱਚ ਮਤਲਬ ਲੱਗਿਆ ਹੋਇਆ ਬਹੁਤ ਵੱਡਾ ਸਾਰਾ ਬੋਰਡ।
ਤੇ ਮੈਂ ਹੁਣ ਕਈ ਵਾਰੀ ਦਿਲ ਚੋਂ ਮੇਰੇ ਐਂ ਜੀ ਗੱਲ ਨਿਕਲ ਗਈ ਯਾਰ ਵੀ ਇੱਕ ਤਾਂ ਠੇਕੇਦਾਰਾਂ ਨੂੰ ਬਣਾ ਦਿਓ ਐਮਸੀ, ਕੁਛ ਨੂੰ ਤਾਂ ਕੁਛ 2-4 ਪੁਲਿਸ ਵਾਲਿਆਂ ਨੂੰ ਚੁਣ ਲਓ, ਕੁਛ 2-4 ਪਟਵਾਰੀਆਂ ਨੂੰ ਚੁਣ ਲਓ, ਵੀ ਮਤਲਬ ਇੰਨੀ ਡਿਵੈਲਪਮੈਂਟ ਹੋਊਗੀ ਸਾਨੂੰ ਲੋੜ ਹੀ ਨਹੀਂ ਰਹਿਣੀ ਕਿਸੇ ਗੱਲ ਦੀ ਵੀ ਕੋਈ ਬੰਦਾ ਤਾਂ ਹੋਵੇ ਜਿਹਨੂੰ ਅਸੀਂ ਵੋਟ ਪਾਈਏ। ਸੋ ਇੱਕ ਸਮੱਸਿਆ ਜੀ ਬਣੀ ਖੜੀ ਹੈਗੀ ਹੈ। ਮੈਂ ਫੜਿਆ ਜੀ ਕੋਈ ਗੱਲ ਜੋ ਡਾਕਟਰ ਸਾਹਿਬ ਨੇ ਮਤਲਬ ਇਹ ਗੱਲ ਕਹੀ ਹੈ, ਮੈਂ ਕਹਿੰਦਾ ਨਹੀਂ, ਤੁਸੀਂ ਕਹਿੰਦਾ ਵੀ ਆਪਾਂ ਵੋਟ ਕਿਹਨੂੰ ਪਾਈਏ। ਜਿਹੜੀ ਵੋਟ ਦੀ ਗੱਲ ਹੈ, ਵੋਟ ਦੇ ਵਿੱਚ ਇੱਕ ਆਪਾਂ ਨੂੰ ਹੋਰ ਦੂਸਰਾ ਵੀ ਇੱਕ ਨਿਸ਼ਾਨ ਦਿੱਤਾ ਹੁੰਦਾ ਹੈ ਜਿਹਨੂੰ ਕਿ ਆਪਾਂ ਨਾ ਪਾ ਸਕਦੇ ਹਾਂ। ਨੋਟਾ, ਹਾਂ, ਨੋਟਾਂ ਦੇ ਤਾਂ ਪਹਿਲੀ ਗੱਲ ਤਾਂ ਹੁਣ ਜਦੋਂ ਆਪਣਾ ਮਨ ਹੀ ਨਹੀਂ ਕਹਿ ਰਿਹਾ ਵੀ ਤਿੰਨੇ ਚੋਰ ਹੈ, ਜਿਵੇਂ ਤੁਸੀਂ ਕਿਹਾ ਵੀ ਤਿੰਨ ਚੋਰ ਹੈ, ਤਿੰਨੇ ਚੋਰਾਂ ਨੂੰ ਆਪਣਾ ਫਿੱਟ ਲਾ ਦੇ ਤਾਂ ਫਿਰ ਨੋਟਾਂ ਦੇ ਬਟਨ ਲੱਭ ਦਿਓ। ਵੋਟ ਪਾਉਣ ਦਾ ਅਧਿਕਾਰ ਪਾਓ, ਪਰ ਮੈਂ ਕਹਿੰਦਾ ਵੀ ਇਸ ਪਾਰਟੀ ਬੇਜ ਤੋਂ ਉੱਪਰ ਉੱਠ ਕੇ ਵਧੀਆ ਬੰਦਾ, ਜਿਹੜਾ ਵੀ ਬੰਦਾ ਵਧੀਆ ਕਿਸੇ ਪਾਰਟੀ ਦਾ ਹੈ, ਮੈਂ ਇਹ ਨਹੀਂ ਕਹਿੰਦਾ ਕਿਸੇ ਵੀ ਪਾਰਟੀ ਦਾ ਬੰਦਾ ਜਿਹੜਾ ਵਧੀਆ ਤੁਹਾਨੂੰ ਨੁਮਾਇੰਦਾ ਲੱਗਦਾ ਹੈ, ਵੋਟ ਉਸ ਨੂੰ ਪਾਓ। ਵੋਟ ਪਾਓਗੇ ਉਹ ਪਤਾ ਲੱਗੇ ਕਿ ਡਿਵੈਲਪਮੈਂਟ ਕਰਦਾ। ਜਿਹੜੇ ਬੰਦੇ ਪਹਿਲਾਂ ਇਲੈਕਸ਼ਨ ਲੜ ਹਟੇ ਆ, ਮੈਂ ਕਹਿੰਦਾ ਉਹਨਾਂ ਨੂੰ ਕੁਐਸਚਨ ਜ਼ਰੂਰ ਕਰੋ ਵੀ ਭਾਈ ਤੂੰ ਐਮਸੀ ਤੈਨੂੰ ਚੁਣਿਆ ਸੀ, ਤੂੰ ਸਾਡਾ ਆਹ ਕੀਤਾ ਤੇ ਸਾਡੇ ਵਿਕਾਸ ਕੀ ਕੀਤਾ। ਸਰਪੰਚ ਸਾਹਿਬ ਬਹੁਤ ਸੋਹਣਾ ਆਈਡੀਆ, ਬਹੁਤ ਸੋਹਣਾ ਆਈਡੀਆ, ਮੈਂ ਬਿਲਕੁਲ ਮਿਸ ਸੀਗਾ। ਹਾਂਜੀ, ਸਰਪੰਚ ਸਾਹਿਬ ਨੇ ਜੋ ਆਈਡੀਆ ਦਿੱਤਾ, ਡਾਕਟਰ ਸਾਹਿਬ ਨੇ ਕੁਐਸਚਨ ਬਹੁਤ ਸੋਹਣਾ ਰੇਜ਼ ਕਰਿਆ ਵੀ ਕੀ ਕੀਤਾ ਜਾਵੇ, ਕਿਉਂਕਿ ਕਰਪਸ਼ਨ ਇੰਨੀ ਜ਼ਿਆਦਾ ਹੈ, ਕੋਈ ਬੰਦਾ ਸਾਫ ਸੁਥਰਾ ਹੀ ਨਹੀਂ ਰਿਹਾ, ਇਮਾਨਦਾਰ ਨਹੀਂ ਆ ਰਿਹਾ, ਸਾਨੂੰ ਲੱਗਦਾ ਨਹੀਂ ਸਾਡੀਆਂ ਨਜ਼ਰਾਂ 'ਚ ਵੀ ਉਹ ਇਮਾਨਦਾਰ ਹੈ ਜਾਂ ਕੰਮ ਕਰੂਗਾ ਸਾਡੇ ਵਾਸਤੇ। ਮਤਲਬ ਇਸ ਕਰਕੇ ਡਾਕਟਰ ਸਾਹਿਬ ਨੇ ਕਿਹਾ ਵੀ ਦਿਲ ਹੀ ਨਹੀਂ ਕਰਦਾ, ਕਰੀਏ ਕੀ, ਉਲਝਣ ਜੀ 'ਚ ਫਸੇ ਹੋਏ ਆ ਵੀ ਕੀ ਫੈਸਲਾ ਲਈਏ। ਸਰਪੰਚ ਸਾਹਿਬ ਨੇ ਉਦੋਂ ਵੀ ਸੋਹਣਾ ਵਿਚਾਰ ਦਿੱਤਾ, ਕਿਉਂਕਿ ਉਹ ਕਈ ਬੰਦੇ ਮਿਸ ਹੋ ਜਾਂਦੇ ਨੇ, ਪੜ੍ਹੇ ਲਿਖੇ ਵੀ ਮਿਸ ਹੋ ਜਾਂਦੇ ਨੇ। ਆਹ ਗੱਲ ਯਾਦ ਨਹੀਂ ਰਹਿੰਦੀ ਵੀ ਨੋਡਾ ਬਟਨ ਹੈਗਾ, ਉਹ ਜਦੋਂ ਆਪਾਂ ਦਬਾਵਾਂਗੇ ਤਾਂ ਉਹਦਾ ਮਤਲਬ ਹੈ ਇਹ ਬੰਦੇ ਜਿੰਨੇ ਖੜੇ ਆ ਇਮਾਨਦਾਰ ਨਹੀਂ ਜਾਂ ਕੁਝ ਵੀ ਇਹਨਾਂ 'ਚ ਮੈਨੂੰ ਪਸੰਦ ਨਹੀਂ ਗੀ। ਮਤਲਬ ਉਹ ਜਦੋਂ ਬੇਪਸੰਦੀ ਜਾਊਗੀ, ਕਾਊਂਟ ਫਾਰ ਹੋਊਗੀ, ਉਹ ਵੀ ਕਿੰਨੀਆਂ ਵੋਟਾਂ ਪੋਲ ਹੋਈਆਂ, ਕਿੰਨੇ ਪਾਈ, ਕਿੰਨੇ ਰਿਜੈਕਟ ਹੋਈ, ਸਾਰਾ ਸਟੈਟਿਕਸ ਬਣੂਗੀ ਉਹਦੀ। ਮਤਲਬ ਉਹਦੇ 'ਚ ਇਹ ਜਿਹੜਾ ਕੁਐਸਚਨ ਆਊ ਨਾ ਨੋਡਾ, ਇਹ ਬਹੁਤ ਵੱਡਾ ਭਾਰੀ ਫੈਕਟਰ ਹੈ। ਫਿਰ ਇਹਨੂੰ ਸੋਚਣਾ ਪਊਗਾ ਵੀ ਕਾਰਨ ਕੀ ਹੈ, ਕਿਉਂ ਇਸ ਤਰ੍ਹਾਂ ਘਟਦੀਆਂ ਜਾਂਦੀਆਂ ਨੇ ਵੋਟਾਂ ਪਾਉਣ ਵਾਲੇ ਦੀ ਗਿਣਤੀ ਘਟਦੀ ਜਾਂਦੀ ਹੈ। ਹਾਂਜੀ, ਥੈਂਕ ਯੂ। ਦੇਖੋ ਮੈਂ ਸਹਿਮਤ ਹਾਂ ਤੁਹਾਡੇ ਨਾਲ, ਪਰ ਗੱਲ ਕੀ ਹੁੰਦੀ ਹੈ, ਇਸ ਦੁਨੀਆ ਵਿੱਚ ਕੋਈ ਚੋਰ ਨਹੀਂ ਤੇ ਕੋਈ ਸਾਧ ਨਹੀਂ, ਸਾਰੇ ਹੀ ਚੋਰ ਹੈ ਤੇ ਸਾਰੇ ਹੀ ਸਾਧ ਹੈ। ਉਹਦੇ ਪਿੱਛੇ ਕਾਰਨ ਹੈ ਵੀ ਅਸੀਂ ਸਾਰੇ ਸੈਲਫਿਸ਼ ਹਾਂ। ਸਾਨੂੰ ਉਹ ਬੰਦਾ ਚੰਗਾ ਲੱਗਦਾ ਜਿਹੜਾ ਸਾਡਾ ਕੰਮ ਕਰਦਾ। ਜਦੋਂ ਸਾਡਾ ਕੰਮ ਨਹੀਂ ਕਰਦਾ, ਭਾਵੇਂ ਉਹਨੇ 10 ਕੰਮ ਕਰਤੇ ਨੇ, ਇੱਕ ਕੰਮ ਨਹੀਂ ਨਾ ਕੀਤਾ, ਤੇ ਮੇਰੇ ਵਰਗਾ ਹੀ ਮੂੰਹ ਬਣਾ ਲੈਂਦਾ, ਲੈ ਆਹ ਦੇਖ ਲੈ ਬੰਦਾ ਐਵੇਂ, ਇਹ ਕਾਬਲ ਹੈ ਕੋਈ। ਪਰ ਜਿੱਥੇ ਉਹਨਾਂ ਲੋਕਾਂ ਲਈ ਉਹ ਬੰਦਾ ਵਧੀਆ ਹੁੰਦਾ ਜਿਨ੍ਹਾਂ ਲਈ ਕੰਮ ਕਰਦਾ, ਹੈ ਨਾ। ਇਹ ਵੀ ਸਮਾਜ ਹੈ। ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਤੇ ਸਰਦਾਰ ਗੁਰਦੇਵ ਸਿੰਘ ਹੋਰਾਂ ਨੇ ਗੱਲ ਕੀਤੀ ਸੀ ਵੀ ਅਸੀਂ ਸਾਰੇ ਸੈਲਫਿਸ਼ ਹਾਂ। ਵਾਕਈ ਗੱਲ ਸੈਲਫਿਸ਼ ਹੈ, ਪਰ ਜੇ ਅਸੀਂ, ਮੈਂ ਬਾਰ-ਬਾਰ ਕਹਿੰਦਾ ਨਾ ਕਿ ਯਾਰ ਜੇ ਅਸੀਂ ਸਮਾਜ ਬਾਰੇ ਥੋੜ੍ਹਾ ਜਿਹਾ ਸੋਚ ਲਈਏ ਤਾਂ ਹੋ ਸਕਦਾ ਕਿ ਇਹ ਜਿਹੜਾ ਨੋਟਾ ਅਸੀਂ ਯੂਜ਼ ਕਰਦੇ ਹਾਂ ਉਹ ਨਾ ਕਰਨਾ ਪਵੇ। ਸਰਦਾਰ ਜੋਗਿੰਦਰ ਸਿੰਘ, ਇੱਕ ਗੱਲ ਜਿਹਦੇ 'ਚ ਜੇ ਮੈਂ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਹੈਗਾ, ਵੇਖੋ ਜਦੋਂ ਵੀ ਕੋਈ ਵੀ ਇਲੈਕਸ਼ਨ ਲੜਦੇ ਆਪਾਂ, ਇਲੈਕਸ਼ਨ ਲੜ ਕੇ ਅਸੀਂ ਵੀ ਲੜ ਕੇ ਵੇਖਿਆ ਕਿ ਸਾਥੋਂ ਵੀ ਗਲਤੀਆਂ ਹੋਈਆਂ, ਪਰ ਸਾਨੂੰ ਹੁਣ ਉਸ ਦਾ ਦਿਮਾਗ ਸਾਡਾ ਖੁੱਲ੍ਹਦਾ ਕਿ ਕੀ ਹੋਇਆ। ਪਰ ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਵੀ ਅਸੀਂ ਇਲੈਕਸ਼ਨ ਲੜ ਲਿਆ, ਇਲੈਕਸ਼ਨ ਤੱਕ ਤਾਂ ਜੋ ਕੁਛ ਮਰਜ਼ੀ ਹੈ ਵੀ ਮੈਂ ਫਲਾਨਾ, ਮੈਂ ਤਿਉਂਕਾ ਫਲਾਨਾ, ਜੋ ਵੋਟਾਂ ਜਦੋਂ ਵੋਟਾਂ ਪੈਈਆਂ, ਮੈਂ ਕਹਿੰਦਾ ਵੀ ਉਸ ਨੂੰ ਇੱਕ ਨੁਮਾਇੰਦਾ, ਇੱਕ ਆਪ ਦਾ ਜਿਵੇਂ ਵਾਰਡ ਹਰ ਥਾਂ ਦੇ ਉੱਤੇ ਪ੍ਰਚਾਰ ਕੀਤਾ ਪਿਆ, ਮੇਰਾ ਵਾਰਡ ਮੇਰਾ ਪਰਿਵਾਰ, ਪਰ ਉਹਨੂੰ ਪਰਿਵਾਰ ਸਮਝੋ, ਜੇ ਲਿਖਿਆ ਤਾਂ ਉਹਤੇ ਅਮਲ ਕਰੋ। ਹੁਣ ਉਹ ਬਿਲਕੁਲ ਉਹੀ ਗੱਲ ਸਾਡੀ ਸੱਥ ਦੇ ਵਿੱਚ ਵੀ ਹੈ। ਅਸੀਂ ਡੇਲੀ ਚਰਚਾ ਕਰਦੇ ਹਾਂ, ਕਈ ਵਾਰੀ ਇੱਕ ਦੂਸਰੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਪਰ ਇਹ ਨਹੀਂ ਹੈਗਾ ਵੀ ਅਸੀਂ ਸੱਥ ਨਹੀਂ ਕਰਦੇ, ਕਿ ਇਹ ਨਹੀਂ ਹੈਗਾ ਕਿ ਅਸੀਂ ਆ ਕੇ ਇੱਥੇ ਬਹਿ ਕੇ ਗੱਲਾਂ ਨਹੀਂ ਕਰਦੇ। ਜੇ ਇੱਦਾਂ ਦੀ ਗੱਲ ਹੋਵੇ ਤਾਂ ਹੋ ਸਕਦਾ ਵੀ ਇਹ 4 ਦਿਨਾਂ ਦੀ ਗੇਮ ਹੁੰਦੀ ਤੇ ਜਿਹੜੀ ਸੱਥ ਹੈ ਖਿਲਰ ਜਾਂਦੀ। ਇਸ ਕਰਕੇ ਅਸੀਂ ਇੱਥੋਂ ਸਿੱਖਦੇ ਹਾਂ ਵੀ ਠੀਕ ਹੈ ਯਾਰ, ਵੀ ਜਿਹੜੇ ਇਸ ਸ਼ਖਸ ਨੇ ਵਿਚਾਰ ਦਿੱਤੇ ਨੇ, ਹੋ ਸਕਦਾ ਵੀ ਇੱਦਾਂ ਵੀ ਹੁੰਦਾ ਹੋਵੇ, ਅਸੀਂ ਉਹਨੂੰ ਸੋਚੀਏ ਤਾਂ ਸਹੀ ਨਾ। ਸਰਦਾਰ ਜੋਗਿੰਦਰ ਸਿੰਘ ਕੁਝ ਕਹਿਣਾ ਚਾਹ ਰਹੇ ਸੀ। ਇਲੈਕਸ਼ਨ ਦੇ ਵਿੱਚ ਜਿਹੜੇ ਹੈਗੇ ਬੰਦੇ ਖੜੇ ਹੋਏ ਆ ਜੀ, ਮੇਰੀ ਇਹੀ ਬੇਨਤੀ ਹੈ ਵੀ ਜਿਹੜੇ ਬੰਦੇ ਵਧੀਆ ਹੋਣ ਤੇ ਚੰਗੇ ਹੋਣ ਜੀ, ਉਹ ਹੋਣ। ਜਿਵੇਂ ਹੁਣ ਇਹ ਆਪੋ ਆਪਣਾ, ਕੋਈ ਆਮ ਆਦਮੀ ਪਾਰਟੀ ਹੋ ਗਈ, ਕਾਂਗਰਸ, ਅਕਾਲੀ ਪਾਰਟੀ, ਹੁਣ ਸਾਰੇ ਬੰਦੇ ਉਹੋ ਹੀ ਆ ਜਿਹੜੇ ਪਹਿਲਾਂ ਵਾਲੇ ਸੀਗੇ, ਕੋਈ ਇਹਨਾਂ 'ਚ ਕੋਈ ਫਰਕ ਤਾਂ ਹੈ ਹਾਂਜੀ। ਬਸ ਇਧਰੋਂ ਜੇ ਇਧਰੋਂ ਟਿਕਟ ਹਾਂ ਹਾਂਜੀ, ਅਕਾਲੀ ਦਲ 'ਚ ਵੜੇ, ਅਕਾਲੀ ਦਲ 'ਚ ਟਿਕਟ ਲੈ ਲਈ ਤਾਂ ਕਾਂਗਰਸ ਆ ਗਈ, ਕਾਂਗਰਸ ਹਾਂਜੀ। ਲੋਕ ਇਸ ਕੰਮ ਤੇ ਵੀ ਹੋਏ ਹੁਣ ਬਸ ਇਹ ਕੰਮ ਹੋ ਗਿਆ। ਇੱਕ ਹੈ ਜੀ, ਆਪਾਂ ਵੋਟ ਤਾਂ ਪਾਉਣੀ ਆ ਜੀ, ਪਰ ਇਹ ਬੰਦੇ ਅੱਗੇ ਫੇਰ ਵੀ ਇਹੀ ਆਉਂਦੇ ਆ ਕਿ ਹਾਂਜੀ ਕੀ ਸੋਚਿਆ ਜਾਵੇ। ਹਾਂਜੀ, ਇਹ ਸੋਚਿਆ ਕੀ ਜਾਵੇ, ਇਸ ਤਰ੍ਹਾਂ ਕੀ ਬਣਨਾ ਚਾਹੀਦਾ। ਆਪਾਂ ਤਾਂ ਨਹੀਂ, ਹਾਂ ਵਧੀਆ ਬੰਦੇ ਜਿਹੜੇ ਕੰਮ ਕਰਨ ਵਾਲੇ ਉਹ ਹੋਣ। ਇੱਕ ਨਾ ਡਾਕਟਰ ਸਾਹਿਬ ਨੇ ਗੱਲ ਕੀਤੀ ਸੀਗੀ
ਵੀ ਕੁਛ ਠੇਕੇਦਾਰ ਬਣਾ ਲਓ, ਕੁਛ ਪਟਵਾਰੀ ਬਣਾ ਲਓ, ਕੁਛ ਪੁਲਿਸ ਵਾਲੇ ਬਣਾ ਲਓ, ਕੁਛ ਹੋਰ ਬਣਾ ਲਓ ਤੇ ਵਧੀਆ ਤਰੱਕੀ ਹੋ ਜਾਏਗੀ। ਮੈਨੂੰ ਇਹ ਲੱਗਦਾ ਵੀ ਸਾਨੂੰ MCO ਬਣਾਉਣਾ ਚਾਹੀਦਾ ਜਿਹਦੇ ਕੋਲ ਟਾਈਮ ਹੋਵੇ ਲੋਕਾਂ ਦਾ ਕੰਮ ਕਰਨ ਦੇ ਲਈ। ਉਹ ਬੰਦਾ ਜਿਹੜਾ ਉਹ ਮੈਨੂੰ ਲੱਗਦਾ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਹੋਵੇਗਾ। ਅਸੀਂ ਮੰਨ ਲਓ ਵੀ ਕਿਸੇ ਜਿਹੜਾ ਆਲਰੇਡੀ ਬਹੁਤ ਬਿਜ਼ੀ ਆਦਮੀ ਹੈ ਉਹ ਬੰਦੇ ਨੂੰ MC ਬਣਾ ਦਿੰਦੇ ਆ ਤੇ ਫਿਰ ਅਸੀਂ ਕੰਮ ਕਿਹਦੇ ਤੋਂ ਕਰਾਵਾਂਗੇ। ਕੋਟ ਫਤਿਹ ਸਾਹਿਬ। ਅਖਬਾਰੀ ਸਾਹਿਬ ਦੇ ਸਾਥੀ ਸਾਡੇ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਇਲੈਕਸ਼ਨ ਦੀ ਚੱਲ ਰਹੀ ਆ, ਉਹ ਭਾਵੇਂ MC ਦੀਆਂ ਹੋਣ, ਭਾਵੇਂ MLA ਦੀਆਂ ਹੋਣ, ਭਾਵੇਂ MP ਦੀਆਂ ਹੋਣ। ਜਿਹੜਾ ਸਾਡਾ ਸਿਸਟਮ ਬਣਿਆ ਹੋਇਆ ਹੈ, ਜਦੋਂ ਬੰਦਾ ਵੋਟ ਮੰਗਣ ਜਾਂਦਾ ਹੈ ਉਦੋਂ ਉਹ ਲੋਕ ਧਰਮ ਦੀ ਗੱਲ ਕਰਦਾ ਵੀ ਮੈਂ ਧਰਮ ਨਿਭਾਊਂ ਤੁਹਾਡੇ ਨਾਲ, ਤੁਹਾਡੇ ਸਾਰੇ ਕੰਮ ਕਰੂੰਗਾ। ਜਦੋਂ ਉਹ ਜਿੱਤ ਜਾਂਦਾ ਹੈ ਫਿਰ ਉਹਦਾ ਪਾਰਟੀ ਧਰਮ ਹੋ ਜਾਂਦਾ ਹੈ, ਬਦਲ ਜਾਂਦਾ ਹੈ, ਕਿਉਂਕਿ ਉਹਨੇ ਪਾਰਟੀ ਦੇ ਆਖੇ ਲੱਗਣਾ ਹੈ। ਜੇ ਉਹ ਨਹੀਂ ਬਦਲਦਾ ਤੇ ਉਹਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ। ਇਸ ਕਰਕੇ ਕੋਈ ਬੰਦਾ ਇੱਥੇ ਮਤਲਬ ਸੱਚਾ ਸੁੱਚਾ ਨਹੀਂ ਰਹਿ ਸਕਦਾ ਜਿਹੜਾ ਇਹ ਸਿਸਟਮ ਬਣਿਆ ਹੋਇਆ। ਆਪਾਂ ਕਿੰਨੇ ਦੇਖਿਓ MP MLA ਪਾਰਟੀਆਂ ਨੇ ਛਾਂਟੇ ਹੋਏ ਨੇ। ਜਗਮੀਤ ਬਰਾੜ ਪਾਰਲੀਮੈਂਟ ਦੇ ਵਿੱਚ ਨਾਅਰੇ ਲਾਉਂਦਾ ਹੁੰਦਾ ਸੀ ਪੰਜਾਬ ਬਾਰੇ, ਸ਼ਟ ਆਊਟ ਕਰਤਾ। ਵੀਰ ਦਵਿੰਦਰ ਸਿੰਘ ਬਾਦਲ ਨੂੰ ਕਹਿੰਦਾ ਵੀ ਐਂ ਕਰਿਆ ਕਰੋ, ਉਹ ਵੀ ਛਾਂਟਤਾ। ਫਿਰ ਆਹ ਖਹਿਰੇ ਦੇ ਲਾ ਲਓ ਹਿਸਾਬ, ਖਹਿਰੇ ਨੇ ਜਿੰਨਾ ਆਪੋਜੀਸ਼ਨ ਲੀਡਰ ਦੇ ਤੌਰ 'ਤੇ ਕੰਮ ਕੀਤਾ ਉਹ ਵੀ ਛਾਂਟਤਾ। ਇੱਥੇ ਵੀ ਉਹੀ ਜਿਹੜਾ MC ਦੀ ਇਲੈਕਸ਼ਨ ਵਿੱਚ ਵੀ ਉਹੀ ਗੱਲ ਹੁੰਦੀ ਆ। ਉਹਦਾ ਫਿਰ ਉਹ ਪਾਰਟੀ ਧਰਮ ਹੋ ਜਾਂਦਾ ਹੈ, ਪਾਰਟੀ ਦੇ ਆਖੇ ਲੱਗਣਾ, ਉਹਦੀਆਂ ਗਲਤ ਨੀਤੀਆਂ ਨੂੰ ਲਾਗੂ ਕਰਨਾ ਹੁੰਦਾ ਹੈ। ਅਤੇ ਜਿਹੜਾ ਬੰਦਾ ਲੋਕ ਹਿੱਤੀ ਹੁੰਦਾ ਹੈ ਉਹ ਤਾਂ ਫਿਰ ਉਹਨਾਂ ਨਾਲ ਕਿੱਥੇ ਖੜੂਗਾ। ਉਹ ਤਾਂ ਕਹਿੰਦਾ ਇੱਕ ਮਿੰਟ ਆ ਜੀ ਡਾਕਟਰ ਸਾਹਿਬ, ਉਹ ਜੇ ਬੰਦਾ ਤੁਸੀਂ ਆਪਣੀ ਲੋਕ ਹਿੱਤ ਮੁਤਾਬਕ ਜੇ ਤੁਸੀਂ ਕੰਮ ਕਰ ਰਹੇ ਹੋ ਹਾਂ, ਉਹਨੂੰ ਹਰਾਉਣ ਵਾਲਾ ਕੋਈ ਨਹੀਂ। ਨਹੀਂ ਵੇਖੋ ਲੋਕ ਕੱਲੀ ਪਾਰਟੀ ਨੇ ਨਹੀਂ ਜਿਤਾਉਣਾ ਹੁੰਦਾ ਕਿ ਪਾਰਟੀ ਬਣਾ ਦੂਗੀ, ਚਲ ਠੀਕ ਆ, ਇੱਕ ਵਾਰੀ ਪਾਰਟੀ ਦੇ ਵਿੱਚੋਂ ਪਿੱਛੇ ਕਰ ਦੇਣਗੇ, ਪਰ ਉਹ ਬੰਦੇ ਦੇ ਪੈਰ ਜੰਮ ਜਾਂਦੇ ਆ। ਨਹੀਂ ਕੋਈ ਜੰਮੇ ਨਹੀਂ। ਮੈਂ ਤਾਂ ਜਿੰਨੇ ਬੰਦੇ ਦੇਖੇ ਸਾਰੇ ਉਹ ਖੇਡਦੇ ਇਹਨਾਂ ਨੇ, ਫਿਰ ਉੱਤੇ 20 ਕੇਸ ਦਰਜ ਕਰ ਦਿੰਦੇ ਨੇ, ਬੜਾ ਕੁਛ ਕਰ ਦਿੰਦੇ ਆ, ਉਹਨੂੰ ਜਮਾਂ ਪੈਰ ਨਹੀਂ ਲੱਗਣ ਦਿੰਦੇ। ਗੱਲ ਇਹ ਆ ਵੀ ਆਪਾਂ ਚੰਗੇ ਬੰਦੇ ਕਿਵੇਂ, ਇਹਨਾਂ ਨੇ ਵੀ ਗੱਲ ਕਹੀ ਲਿਆਈਏ ਕਿੱਥੋਂ। ਨੋਟਾ ਜਦੋਂ ਆਪਾਂ ਪਾਉਣੇ ਆ, ਨੋਟਾ ਪਾਵਾਂਗੇ ਤੇ ਇਹਦਾ ਮਤਲਬ ਆਪਾਂ ਉਹਨਾਂ ਦੀ ਹਮਾਇਤ ਕਰ ਰਹੇ ਹਾਂ। ਉਹਨਾਂ ਦੀ ਤਾਂ ਹੋ ਹੀ ਗਈ ਨਾ, ਅਸੀਂ ਉਹਦੇ ਵਿਰੁੱਧ ਤੇ ਪਾਈ ਨਹੀਂ ਕਿਸੇ ਦੇ। ਜਦੋਂ ਇਹਨਾਂ ਨੇ ਡਾਕਟਰ ਸਾਹਿਬ ਨੇ ਫੋਨ ਨਹੀਂ ਗੱਲ ਹੀ ਕੀਤੀ ਹੈ ਕਿ ਤਿੰਨ ਬੰਦੇ ਤਿੰਨੇ ਬੇਕਾਰ ਹੈ, ਤੇ ਫਿਰ ਤਾਂ ਕੋਈ ਨੋਟਾਂ ਦਾ ਸੋ ਗੱਲ ਇਸ ਤਰ੍ਹਾਂ ਹੈ, ਇਹ ਨੋਟਾਂ ਇਸ ਤਰ੍ਹਾਂ ਖੜੇ ਕਰਨੇ ਚਾਹੀਦੇ ਨੇ। ਮਹੱਲਿਆਂ ਦੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਨੇ ਪਹਿਲੋਂ। ਇਹ ਤਾਂ ਪਾਰਟੀ ਦਿੰਦੀ ਉਹਨਾਂ ਨੂੰ ਟਿਕਟਾਂ, ਮਹੱਲਾ ਦੀ ਮੀਟਿੰਗ ਤਾਂ ਕਦੀ ਹੋਈ ਨਹੀਂ ਵੀ ਅਸੀਂ ਆਹ ਬੰਦਾ ਖੜਾ ਕਰਤਾ। ਮਹੱਲੇ ਵਾਲੇ 100 200 ਬੰਦਾ ਇਕੱਠੇ ਹੋ ਗਏ ਕਹਿਣ ਸਾਡਾ ਆਹ ਬੰਦਾ ਕੰਮ ਕਰੂਗਾ, ਉਹ ਗੱਲ ਹੈ ਹੀ ਨਹੀਂ। ਉਹ ਪਾਰਟੀ ਵਾਲੇ ਜਿਹੜੇ ਬੰਦੇ ਨੇ, ਮਾਈਕ ਨੂੰ ਥੋੜਾ ਇਧਰਲੇ ਪਾਸੇ ਕਰ ਦਿਓ, ਉਹਦੇ ਨਾਲ ਕੀ ਹੁੰਦਾ ਹੈ ਕਿ ਪਾਰਟੀ ਵਾਲੇ ਜਿਹੜੇ ਕੈਂਡੀਡੇਟ ਇੰਟਰਸਟਡ ਹੁੰਦੇ ਨੇ, ਜਿਹੜਾ ਬੰਦਾ ਇੰਟਰਸਟਡ ਉਹਨੂੰ ਕਹਿੰਦਾ ਵੀ ਯਾਰ ਵੀ ਆਪਣੇ ਵਾਰਡ 'ਚੋਂ ਇੰਨੇ ਬੰਦੇ ਨੇ ਨਾ, ਸਾਨੂੰ ਇੱਕ ਸਾਈਨ ਕਰਵਾ ਕੇ ਦੇ ਦੇ। ਉਹ ਇਹ ਹੋ ਜਾਂਦਾ ਵੀ ਉਸ ਬੰਦੇ ਦੇ ਨਾਲ ਕਿੰਨੇ ਕੁ ਬੰਦੇ ਨੇ, ਹਨਾ। ਸਪੋਜ਼ ਕਰੋ ਕਿਸੇ ਪਾਰਟੀ ਨੇ ਕਹਤਾ ਯਾਰ ਵੀ ਸਾਨੂੰ 50 ਬੰਦੇ ਤੂੰ ਦੱਸ ਦੇ ਵੀ ਮੇਰੇ ਨਾਲ ਹੈਗੇ, ਦੂਸਰੇ ਨੇ ਕਹਤਾ ਤੇਰੇ ਨਾਲ 200 ਬੰਦੇ, ਉਹਨਾਂ ਦੇ ਸਾਈਨ ਕਰਾ ਕੇ ਲਿਆ ਦੇ। ਮਤਲਬ ਇਹ ਇਸੇ ਤਰੀਕੇ ਨਾਲ ਫਿਰ ਇਸ ਜਿਹੜੀ ਰਿਪੋਰਟ ਹੈ, ਹਨਾ, ਥੋੜਾ ਬਹੁਤਾ ਇਹ ਲੋਕ ਸਰਵੇ ਵੀ ਕਰਦੇ ਨੇ, ਰਿਪੋਰਟ ਅੱਗੇ ਜਾਂਦੀ ਹੈ। ਬਾਕੀ ਕਰਨਾ ਕਰਾਉਣਾ ਉਹ ਇਹਨਾਂ ਲੋਕਾਂ ਦੇ ਹੱਥ 'ਚ ਹੁੰਦਾ। ਨਹੀਂ ਇਹ ਅੱਜ ਹੈ ਇੱਕ ਅੱਜ ਵੀ ਅਖਬਾਰ ਦੇ ਵਿੱਚ ਇੱਕ ਨਥਾਣੇ ਤੋਂ ਪੜ੍ਹੀ ਹੈ, ਉਹਦੇ ਵਿੱਚ ਮੈਂ ਜੋ ਵੇਖਿਆ ਕਿ ਸਾਰੇ ਥਾਂ ਦੇ ਉੱਤੇ ਮਤਲਬ ਜਿੱਥੇ ਆਮ ਆਦਮੀ ਪਾਰਟੀ ਬੰਦੇ ਨੇ ਮਤਲਬ ਬੰਦੇ ਖੜੇ ਕੀਤੇ ਸੀ, ਉਹ ਵਾਰਡ ਪਤਾ ਨਹੀਂ ਸ਼ਾਇਦ ਕਿਹੜਾ ਸੀਗਾ, ਇੱਕ ਵਾਰਡ ਦੇ ਵਿੱਚ ਸਾਰੇ ਉਸ ਮਤਲਬ ਵਾਰਡ ਦੀ ਸਹਿਮਤੀ ਹੋ ਗਈ, ਸਹਿਮਤੀ ਨਾਲ ਇੱਕ ਬੰਦਾ ਮੈਂਬਰ ਬਣਾਤਾ। ਅੱਛਾ, ਇਹ ਸਾਰੇ ਵਿੱਚੋਂ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਕਿਹਾ ਲੋਕਾਂ ਦੀ ਸਹਿਮਤੀ ਨਾਲ ਜੋ ਬੰਦਾ ਬਣਿਆ ਅਸੀਂ ਉਹਨੂੰ ਵਿਰੋਧ ਨਹੀਂ। ਆਪਾਂ ਚੁਣ ਲਿਆ, ਚੰਗਾ ਚੁਣਿਆ ਗਿਆ, ਮਾੜਾ ਚੁਣ ਗਿਆ, ਉਹ ਆਪਣਾ ਕੰਮ ਨਹੀਂ ਕਰ ਰਿਹਾ ਤੇ ਅਸੀਂ ਉਹਨੂੰ ਕਹਿੰਦੇ ਕੁਐਸਚਨ ਕਰ, ਉਹਦੇ ਨਾਲ ਤਾਂ ਪੁਲਿਸ ਆ ਜਾਂਦੀ। ਫਿਰ ਕੁਐਸਚਨ ਕਰ ਨਹੀਂ ਦਿੰਦੇ, ਉਹ ਕੁਐਸਚਨ ਆ ਹੁਣ ਹੀ ਨਹੀਂ ਕਰਨ ਦਿੰਦੇ। ਜਦੋਂ ਆਹ 20-50 ਬੰਦੇ ਪੜੇ ਹੁੰਦੇ ਆ ਤੇ ਪਿੰਡ ਜਦੋਂ ਜਾਂਦੇ ਵੀ ਵੋਟ ਸਾਨੂੰ ਦਿਓ ਤੇ ਉਹਦੇ ਵਿੱਚ ਉਹੀ ਉਹਦੇ ਗੱਲ ਪੈ ਜਾਂਦੇ ਆ। ਸੋ ਜਿਹੜਾ ਇਹ ਢਾਂਚਾ ਹੈ ਨਾ ਇਹਨਾਂ ਦਾ, ਜਿਹੜਾ ਚੁਣਿਆ ਤੋਂ ਬਾਅਦ ਦਾ, ਉਹ ਆਪਾਂ ਕੀ ਸਟੈਂਡ ਲੈਣਾ ਹੈ, ਕੀ ਕਰਨਾ ਹੈ। ਕੁਐਸਚਨ ਕਰਨਾ ਹੈ, ਕੁਐਸਚਨ ਹੀ ਕਰ ਸਕਦੇ, ਕਰੀ ਜਾਂਦੇ ਨੇ। ਹੁਣ ਕਿੰਨੇ ਕੁਐਸਚਨ ਕਰਦੇ ਨੇ ਮੋਦੀ ਨੂੰ, ਮੋਦੀ ਉੱਥੇ ਹੀ ਖੜਾ ਹੈ, ਕੋਈ ਪੁੱਛਦਾ ਨਹੀਂ ਵੀ ਚੁਣ ਕੇ ਆ ਗਿਆ ਅਸੀਂ ਬਸ ਠੀਕ ਹੈ। ਇਹ ਸਿਸਟਮ ਜਿਹੜਾ ਬਣਿਆ ਹੋਇਆ ਹੈ ਨਾ, ਇਸ ਸਿਸਟਮ ਦੇ ਵਿੱਚ ਉਹਨੇ ਕੱਲ੍ਹ ਆਇਆ ਸੀ, ਸੋ ਡਰੇ ਜੋ ਪਾਪ ਕਮਾਵੇ, ਅਤੇ ਧਰਮੀ ਕਹਿੰਦਾ ਵਿਕਸਤੇ, ਧਰਮੀ ਖੜਿਆ ਰਹਿੰਦਾ ਹੈ। ਜਿਹੜਾ ਪਾਪ ਕਮਾਉਂਦਾ ਉਹਨੂੰ ਡਰ ਲੱਗਦਾ, ਪੁਲਿਸ ਦੀ ਸਿਕਿਉਰਿਟੀ ਲੈਂਦਾ। ਆਹ ਦੇਖ ਲਓ ਹੁਣ ਜਿਵੇਂ ਨਾਕਾਬੰਦੀ ਉੱਥੇ ਦਿੱਲੀ ਦੀ ਹੋ ਰਹੀ ਆ, ਇਹ ਡਰ ਪਿੱਛੇ ਹੀ ਆ।
ਇਹ ਡਰਦੇ ਨੇ ਵੀ ਸਾਨੂੰ ਮਾਰ ਨਾ ਦੇਵੇ ਕੋਈ ਸਾਡੇ ਸੋ- ਵਿੱਚੋਂ ਮੈਂ ਗੱਲ ਕਰਦਾ ਹਾਂ ਹਾਂ ਤੁਸੀਂ ਇਹ ਦੇਖੋ ਤੁਸੀਂ ਕਹਿੰਦੇ ਨਹੀਂ ਹੱਕ ਹੈਗਾ ਦੇਖੋ ਜੇ ਉਹਨਾਂ ਕੀਤਾ ਹੈ, ਜੇ ਮੋਦੀ ਨੇ ਕੁਝ ਕੀਤਾ ਹੈ, ਹਾਂਜੀ ਅੱਜ ਭਾਜਪਾ ਦਾ ਕੋਈ ਨੁਮਾਇੰਦਾ ਤੁਹਾਡੇ ਬਠਿੰਡੇ ਦੇ ਵਿੱਚ ਖੜਾ ਹੋਇਆ ਦੱਸੋ ਹਾਲ ਤੱਕ ਇੱਕ ਮਿੰਟ ਇੱਕ ਬੰਦੇ ਨੇ ਕਾਗਜ਼ ਨਹੀਂ ਪੜੇ ਹੋਏ ਨਹੀਂ ਦੇਖੋ ਹੋਣਗੇ ਵਿੱਚ ਲੱਖ ਹੈ ਪਰ ਹਾਲ ਤੱਕ ਲੋਕਾਂ ਦਾ ਅੱਛਾ ਜੇ ਰਿਜ਼ਲਟ ਵੀ ਉਹ ਤਾਂ ਜ਼ੀਰੋ ਆਊਗਾ। ਦੇਖੋ ਭਾਜਪਾ ਨੇ ਕੀ ਕੀਤਾ, ਮੈਨੂੰ ਲੱਗਦਾ ਕਾਫੀ ਲੋਕ ਮੈਂ ਐਸੇ ਦੇਖੇ ਨੇ ਜਿਨ੍ਹਾਂ ਦਾ ਕੋਈ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਹੈਗਾ, ਪਰ ਇੱਕ ਵਾਰੀ ਜਿਵੇਂ ਇਧਰ ਆ ਜੋ ਜੀ ਵੀ ਐਸੇ ਲੋਕ ਜਿਹੜੇ ਖੜੇ ਕਰਤੇ ਵੀ ਇੱਕ ਫਿਲ ਕਰ ਦਈਏ, ਅਸੀਂ ਜਗ੍ਹਾ ਨੂੰ ਫਿਲ ਕਰ ਦਈਏ ਵੀ ਹਾਂ ਜੀ ਸਾਡੇ ਵੀ ਇੰਨੇ ਕੈਂਡੀਡੇਟ ਹੈ ਜਿਹੜੇ ਖੜੇ ਹੋਏ ਨੇ। ਜਦੋਂ ਕਿ ਮੈਂ ਬੜੇ ਬਠਿੰਡੇ ਦੇ ਵਿੱਚ ਐਸੇ ਲੋਕ ਦੇਖੇ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੋ ਸਕਦਾ ਮਾਫੀ ਚਾਹਾਂਗੇ ਵੀ ਰਾਜਨੀਤੀ ਦਾ ਊੜਾ ਆੜਾ ਵੀ ਨਹੀਂ ਆਉਂਦਾ ਹੋਣਾ। ਬਾਕੀ ਗੱਲ ਇੱਕ ਇਹਨਾਂ ਨੇ ਗੱਲ ਕੀਤੀ ਸੀ ਵੀ ਪਹਿਲਾਂ ਤਾਂ ਉਹਨਾਂ ਦਾ ਧਰਮ ਹੁੰਦਾ ਜਨਤਾ ਧਰਮ, ਕਿਉਂਕਿ ਜਨਤਾ 'ਚੋਂ ਜਾਂਦੇ ਨੇ, ਫਿਰ ਉਹਨਾਂ ਦਾ ਬਣ ਜਾਂਦਾ ਪਾਰਟੀ ਧਰਮ। ਇਹ ਜਿਹੜੀ ਮੈਂ ਗੱਲ ਸੁਣਾਉਣ ਲੱਗਾ ਹੋ ਸਕਦਾ ਇਹਦੇ ਨਾਲ ਰਿਲੇਟਡ ਨਾ ਹੋਵੇ। ਜਦੋਂ ਬੱਚਾ ਮੁੰਡਾ ਜਿਹੜਾ ਕੁਆਰਾ ਹੁੰਦਾ ਤੇ ਉਹ ਮਾਂ ਪਿਓ ਦੀ ਬੜੀ ਇੱਜ਼ਤ ਕਰਦਾ, ਫਿਰ ਜਦੋਂ ਵਿਆਹਿਆ ਜਾਂਦਾ ਤਾਂ ਫਿਰ ਉਹ ਜਨਾਨੀ ਵਾਲੇ ਪਾਸੇ ਹੋ ਜਾਂਦਾ, ਫਿਰ ਉਹਨੂੰ ਉਹ ਜਨਾਨੀ ਜਿਹੜੀ ਹੈ ਜ਼ਿਆਦਾ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹ ਮਾਂ ਪਿਓ ਨੂੰ ਥੋੜ੍ਹਾ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ। ਪਰ ਮੈਂ ਕਹਿੰਦਾ ਵੀ ਮੁੰਡਾ ਉਹ ਕਾਮਯਾਬ ਹੋ ਜਾਂਦਾ ਜਿਹੜਾ ਜਨਾਨੀ ਨੂੰ ਜਨਾਨੀ ਦੀ ਥਾਂ 'ਤੇ ਰੱਖਦਾ ਤੇ ਮਾਂ ਪਿਓ ਨੂੰ ਮਾਂ ਪਿਓ ਦੀ ਥਾਂ 'ਤੇ ਰੱਖਦਾ। ਉਹ ਆਪਣੇ ਪੈਰ ਆ ਜਿਹੜੇ ਉਹਨਾਂ ਨੂੰ ਮਜ਼ਬੂਤ ਰੱਖਦਾ ਤੇ ਕਾਫੀ ਹੱਦ ਤੱਕ ਮੈਨੂੰ ਲੱਗਦਾ ਇੱਥੇ ਵੀ ਇਸ ਤਰੀਕੇ ਨਾਲ ਹੀ ਹੋ ਜਾਂਦਾ। ਫਿਰ ਉਹੀ ਗੱਲ ਵੀ ਪਾਰਟੀ ਬੜੀ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਫਿਰ ਲੋਕ ਕੀ ਹੁੰਦਾ ਵੀ ਅੱਛਾ ਚਲੋ ਵੀ ਇਹ ਪੌੜੀ ਤਾਂ ਮੈਂ ਇੱਕ ਪਾਰ ਕਰ ਆਇਆ। ਇਹ ਵੀ ਕਿਤੇ ਨਾ ਕਿਤੇ ਗੱਲ ਲੱਗਦੀ ਹੈ। ਬਿਲਕੁਲ ਠੀਕ ਆ ਜੀ, ਆ ਗੱਲ ਚੱਲੀ ਸੀ ਨੋਟਾਂ ਵਾਲੀ, ਬਿਲਕੁਲ ਠੀਕ ਹੈ। ਅਸੀਂ ਨੋਟਾਂ ਦਾ ਬਟਨ ਦਬਾ ਦਿਆਂਗੇ ਵੀ ਸਾਨੂੰ ਕੋਈ ਨਹੀਂ ਚੰਗਾ ਲੱਗਦਾ, ਪਰ ਕਮੇਟੀ ਤਾਂ ਬਣੂਗੀ। ਅੱਛਾ ਇੱਥੇ ਜਿਹੜੀਆਂ 50 ਦੇ ਵਿੱਚੋਂ ਮਤਲਬ 10-15 ਜਿਹੜੀਆਂ ਸੀਟਾਂ ਨੇ ਉਹ ਉਹਨਾਂ ਨੂੰ ਦਿੱਤੀਆਂ ਗਈਆਂ ਜਿਹੜੇ ਦਲ ਬਦਲੂ ਨੇ ਦੋਨਾਂ ਪਾਰਟੀਆਂ ਵੱਲੋਂ। ਅੱਛਾ ਇਹ ਜਦੋਂ ਇਹ ਸਾਡਾ ਇੱਕ ਸੰਵਿਧਾਨ ਬਣਿਆ ਹੁੰਦਾ ਹਰ ਪਾਰਟੀ ਦਾ ਵੀ ਅਸੀਂ ਆਹ ਸਾਡੇ ਮਤਲਬ ਕਾਇਦੇ ਕਾਨੂੰਨ ਹੈਗੇ ਨੇ, ਆਹ ਸਾਡੀਆਂ ਨੀਤੀਆਂ ਨੇ, ਅਸੀਂ ਇਹਦੇ ਮੁਤਾਬਿਕ ਚੱਲਾਂਗੇ। ਉਹ ਅੱਜ ਜਿਹੜਾ ਹੈਗਾ ਇੱਕ ਪਾਰਟੀ ਨਾਲ ਖੜਾ ਹੈਗਾ, ਜਦੋਂ ਉਹਨੂੰ ਟਿਕਟ ਨਹੀਂ ਮਿਲਦੀ ਉਹਦੀਆਂ ਨੀਤੀਆਂ ਉਹਦੇ ਕੰਮ ਕਰਨ ਦੇ ਢੰਗ ਬਦਲ ਕੇ ਉਹ ਦੂਜੀ ਪਾਰਟੀ ਚਲਾ ਜਾਂਦਾ। ਕੋਈ ਦੀਨ ਧਰਮ ਨਹੀਂ ਰਹੇ ਹੈ ਹੀ ਨਹੀਂ ਮਤਲਬ, ਠੀਕ ਹੈ ਸਿਰਫ ਅੱਛਾ ਦੂਸਰਾ ਜਿਹੜੀ ਹੁਣ ਜਿੰਨੀ ਬਹੁਤੀਆਂ ਟਿਕਟਾਂ ਜਿਹੜੀਆਂ ਦਿੱਤੀਆਂ ਗਈਆਂ ਪਾਰਟੀਆਂ ਵੱਲੋਂ ਉਹ ਉਹਨਾਂ ਨੂੰ ਦਿੱਤੀਆਂ ਗਈਆਂ ਜਿਨ੍ਹਾਂ ਕੋਲੇ ਪਹਿਲਾਂ ਹੀ ਅਥਾਹ ਪੈਸਾ ਔਰ 2 ਨੰਬਰ ਦਾ ਪੈਸਾ ਵੀ ਉਹ ਪੈਸੇ ਖਰਚ ਕਰ ਸਕਣਗੇ। ਇਹ ਇੱਕ ਪ੍ਰਤੱਖ ਸਬੂਤ ਆ ਜੀ, ਅੱਡ ਸਰਵੇ ਕੀਤਾ ਜਾ ਸਕਦਾ। ਹੁਣ ਜਦੋਂ ਇਹ ਜਿਹੜੀਆਂ ਪੰਚਾਇਤਾਂ ਕੌਂਸਲਾਂ ਜੋ ਕਾਰਪੋਰੇਸ਼ਨ ਆ ਜੋ ਵੀ ਹੈ ਮੈਂਬਰ ਬਣਦੇ ਨੇ, ਜਦੋਂ ਉਹ ਪੈਸੇ ਦੇ ਬਣਨਗੇ, ਜਦੋਂ ਪੈਸਾ ਖਰਚ ਕੇ ਬਣਨਗੇ, ਪੈਸਾ ਮਤਲਬ ਮੁੱਖ ਉਹਦੇ ਵਾਸਤੇ ਆਧਾਰ ਹੈ, ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਸੱਚੇ ਸੁੱਚੇ ਕਿਵੇਂ ਬਣਨਗੇ। ਉਹ ਪੈਸਾ ਤਾਂ ਉਹਨਾਂ ਨੇ ਕਮਾਉਣਾ, ਠੀਕ ਆ। ਸੋ ਇੱਕ ਮੈਂ ਤਾਂ ਤੁਹਾਨੂੰ ਗੱਲ ਸੁਣਾਉਣਾ ਹੈ, ਕਾਫੀ ਚਿਰ ਦੀ ਆ। ਮੈਂ ਤਲਵੰਡੀ ਸਾਬੋ ਜਿਹੜਾ ਸੀ ਬੱਸ ਸਟੈਂਡ 'ਤੇ ਖੜਾ ਸੀਗਾ ਤੇ ਕੁਛ ਜਿਹੜੇ ਇਹ ਆ 90 ਦੀ ਗੱਲ, 90 ਦੇ ਨੇੜੇ ਤੇੜੇ ਦੀ, ਤਾਂ ਕੁਛ ਜਿਹੜੇ ਬੱਚੇ ਸੀ ਨਾ, ਜਿਵੇਂ ਆਪਾਂ ਸਿਖਾ ਕੇ ਕਰ ਲੈਂਦੇ ਵੀ ਜਾਓ ਤੁਸੀਂ ਆਹ ਪੈਂਫਲੇਟ ਆਹ ਕਾਗਜ਼ ਜਿਹੇ ਵੰਡ ਆਓ ਉੱਥੇ ਬੱਸਾਂ ਦੇ ਵਿੱਚ। ਬੱਸਾਂ ਚੜ੍ਹ ਕੇ ਦੋ ਬੱਚੇ ਹੋਣੇ ਆ 15 16 ਸਾਲ ਦੇ, ਉਹ ਖਾਲਿਸਤਾਨ ਦਾ ਪ੍ਰਚਾਰ ਕਰ ਰਹੇ ਸੀਗੇ ਵੀ ਸਾਨੂੰ ਖਾਲਿਸਤਾਨ ਚਾਹੀਦਾ ਵੀ ਫਿਰ ਇੱਥੇ ਵਧੀਆ ਰਾਜ ਹੋਊਗਾ। ਇੱਕ ਬੰਦਾ ਬਿਲਕੁਲ ਗੁਰਸਿੱਖ ਪੰਜੇ ਕਾਕਾਰ ਉਸਦੇ ਤੇ ਉਹ ਵਿੱਚੇ ਬੈਠਾ ਸੀ ਬੱਸ ਦੇ। ਉਹ ਕਹਿੰਦਾ ਵੀ ਕਾਕਾ ਤੁਸੀਂ ਗੱਲ ਤਾਂ ਤੁਸੀਂ ਠੀਕ ਕਰਦੇ ਹੋ, ਪਰ ਮੈਨੂੰ ਇਹ ਦੱਸੋ ਵੀ ਤੁਸੀਂ ਖਾਲਸਾ ਲਿਆਓਗੇ ਕਿੱਥੋਂ? ਖਾਲਿਸਤਾਨ ਦੇ ਤਾਂ ਅਸੀਂ ਹਾਮੀ ਬਣ ਜਾਂਦੇ ਹਾਂ, ਪਰ ਖਾਲਸ ਮੈਨੂੰ ਦੱਸ ਦੇ ਲਿਆਓਗੇ ਕਿੱਥੋਂ? ਉਹ ਤਾਂ ਹੈ ਹੀ ਨਹੀਂ ਇੱਥੇ ਕੋਈ। ਸੋ ਗੱਲ ਇਹ ਹੈਗੀ ਆ ਵੀ ਇਹਨਾਂ 'ਚ ਕੋਈ ਖਾਲਸ ਨਹੀਂ ਗਾ, ਇਹ ਸਭ ਮਤਲਬ ਉਸ ਨੂੰ ਰੁਤਬੇ ਨੂੰ, ਮਸ਼ਹੂਰੀ ਨੂੰ, ਆਪਣੀ ਸੇ ਨੂੰ, ਪੈਸੇ ਨੂੰ ਜਿਹੜਾ ਹੈ ਸਾਰਾ ਕੰਮ ਹੋ ਰਿਹਾ ਹੈਗਾ। ਸਾਡੇ ਵਾਸਤੇ ਸਿਰਫ ਮਤਲਬ ਇੱਕ ਬਨਾਵਟ ਸਮਝ ਲਓ ਆਪਾਂ ਹੈਗੇ ਆ। ਬਿਲਕੁਲ ਸਰਦਾਰ ਗੰਦੂਸ ਸਿੰਘ ਕੁਛ ਕਹਿ ਰਹੇ ਸੀਗੇ। ਹਾਂਜੀ ਜਿਵੇਂ ਨੋਡਾ ਬਾਰੇ ਗੱਲ ਆਈ ਨਾ ਜੀ, ਆਹ ਦੂਸਰੀ ਗੱਲ ਮੇਰੇ ਦਿਮਾਗ 'ਚ ਵੀ ਆਈ ਜਦੋਂ ਸਰਦਾਰ ਗੁਰਦੇਵ ਸਿੰਘ ਜੀ ਨੇ ਕਿਹਾ ਵੀ ਜਦੋਂ ਬੰਦਾ ਹੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਪਾਰਟੀ ਦੇ ਆਧਾਰ 'ਤੇ ਚੱਲਣਾ ਜਾਂਦਾ, ਪਾਰਟੀ ਧਰਮ ਬਣ ਜਾਂਦੀ ਹੈ, ਪਾਰਟੀ ਦੀ ਗੱਲ ਮੰਨਦਾ ਉਹ ਦੂਜਿਆਂ ਦੀ ਛੱਡ ਦਿੰਦਾ ਹੈਗਾ। ਇਹ ਹੁਣ ਲੋਕਾਂ ਨੇ ਜੱਜ ਕਰਦਾ ਹੈ ਜਿਹੜਾ ਉਸ ਖੇਤਰ ਹੈ ਉਹਦਾ ਜਿਹੜਾ ਰਾਜਨੀਤਿਕ ਮਤਲਬ ਜਿਵੇਂ ਵਿਧਾਨ ਸਭਾ ਦਾ ਖੇਤਰ ਹੈ, ਇਵੇਂ ਜਿਵੇਂ ਆਪਣੇ ਵਾਰਡਾਂ ਦੇ ਖੇਤਰ ਲਾ ਲਓ ਥੱਲੇ ਲੋਕ ਸਾਹਿਬ ਗਵਰਨਮੈਂਟ ਦੇ ਵਿੱਚ, ਤਾਂ ਮੈਂ ਕਈ ਦੇਸ਼ਾਂ ਬਾਰੇ ਪੜ੍ਹਿਆ, ਮੇਰੇ ਐਗਜ਼ੈਕਟ ਨਾਂ ਨਹੀਂ ਯਾਦ, ਰੀਕਾਲ ਵਾਪਸ ਬੁਲਾਉਣਾ ਉਹ ਕੈਂਡੀਡੇਟ ਨੂੰ ਜੇ ਚਾਹਣ ਜਿੰਨੇ ਉਹ ਖੇਤਰ ਦੇ ਬੰਦੇ ਆ, ਜਿਵੇਂ ਵਿਧਾਨ ਸਭਾ ਦੇ ਜਿੰਨੇ ਹੈਗੇ ਆ ਜਾਂ ਆਪਣੇ ਵਾਰਡ ਦੇ ਜਿੰਨੇ ਬੰਦੇ ਹੈਗੇ ਆ, ਉਹਦੇ ਵਿੱਚੋਂ ਜੇ 50% ਤੋਂ ਵੱਧ
ਆਪਣੀ ਰਾਏ ਲਿਖ ਕੇ ਦਿੰਦੇ ਆ ਵੀ ਇਹ ਬੰਦਾ ਬਿਲਕੁਲ ਠੀਕ ਨਹੀਂ, ਅਸੂਲ ਗਲਤ ਹੋ ਗਏ, ਜਿਵੇਂ ਅਸੀਂ ਵੋਟ ਪਾਈ ਸੀ ਉਹਦੇ ਮੁਤਾਬਕ ਨਹੀਂ ਚੱਲ ਰਿਹਾ, ਤੇ ਅਸੀਂ ਇਹਨੂੰ ਰੀਕਾਲ ਦੇ ਤੌਰ ਤੇ ਵਾਪਸ ਸੱਦਣਾ ਹੈ ਤੇ ਇੱਥੇ ਹੋਰ ਇਲੈਕਸ਼ਨ ਹੋਵੇ, ਹੋਰ ਬੰਦਾ ਖੜਾ ਹੋਵੇ। ਪਰ ਹਾਂਜੀ, ਪਰ ਉਹ ਸਾਡੇ ਦੇਸ਼ 'ਚ ਨਹੀਂ ਹੈਗਾ। ਨੋਡਾ ਕਰਤਾ, ਨੋਡਾ ਵੀ ਬੜਾ ਜ਼ੋਰ ਨਾਲ ਕਰਿਆ ਸੀ, ਮੇਰੇ ਯਾਦ ਹੈ ਵੀ ਬੜੀਆਂ ਇਹਦੇ ਬਾਰੇ ਭਗਵੀਆਂ ਬਹਿਸਾਂ ਹੋਈਆਂ ਸੀਗੀਆਂ, ਫਿਰ ਕਰਿਆ ਸੀਗਾ, ਫਿਰ ਚੱਲਿਆ ਸੀਗਾ। ਦੂਜੀ ਗੱਲ, ਇਹਦੇ ਵਿੱਚੋਂ ਇੱਕ ਗੱਲ ਹੋਰ ਨਿਕਲਦੀ ਹੈ, ਜਿਹੜੀ ਪਾਰਟੀ ਦਾ ਸਿਸਟਮ ਹੈ ਨਾ, ਪਾਰਟੀ ਦੀ ਆਰਗੇਨਾਈਜੇਸ਼ਨ ਹੈ, ਪਾਰਟੀ ਜਿਸ ਤਰ੍ਹਾਂ ਚੱਲ ਰਹੀ ਹੈ ਉਹ ਪਾਰਟੀ ਦਾ ਮਤਲਬ ਤਾਂ ਹੋਰ ਹੀ ਹੋ ਗਿਆ। ਕੀ ਹੋ ਗਿਆ, ਨਹਿਰੂ ਦੇ ਸਮੇਂ ਤੇ ਬਹੁਤ ਸੋਹਣੀ ਗੱਲ ਸੀਗੀ, ਬੜੇ ਵਿਚਾਰ ਵਟਾਂਦਰਾ ਹੁੰਦਾ ਸੀ, ਸੀਨੀਅਰ ਲੀਡਰ ਹੁੰਦੇ ਸੀ, ਇਮਾਨਦਾਰ ਹੁੰਦੇ ਸੀ, ਉਹ ਰਾਏ ਕਰਦੇ ਸੀ, ਉਹ ਗੱਲ ਪਾਸ ਕਰਦੇ ਸੀ। ਪਰ ਹੁਣ ਕਿੱਥੇ ਆ ਕੇ ਗੱਲ ਖੜ੍ਹ ਗਈ, ਹੁਣ ਤਾਂ ਸਿਰਫ ਡਿਕਟੇਟਰਸ਼ਿਪ ਹੋ ਗਈ ਵਨ ਮੈਨ। ਜਿਵੇਂ ਕਿ ਮੈਂ ਥੋੜ੍ਹੀ ਜਿਹੀ ਉਦਾਹਰਨ ਦੇ ਦਿੰਦਾ, ਕੋਈ ਡਰ ਵੀ ਨਹੀਂ, ਜਿਵੇਂ ਬਾਦਲ ਸਾਹਿਬ ਨੂੰ ਸਾਰੇ ਦੇ ਸਾਰੇ ਪਾਵਰਾਂ ਦੇ ਦਿੰਦੇ ਆ ਵੀ ਜੋ ਮਰਜ਼ੀ ਕਰ ਲਓ ਜੀ, ਜਿਹੜੇ ਮਰਜ਼ੀ ਸੈਕਟਰੀ, ਜਨਰਲ ਸੈਕਟਰੀ, ਲੱਟੇ ਪੱਟੇ ਜੋ ਵੀ ਚੁਣਨਾ ਉਹ ਚੁਣ ਲਓ ਤੁਸੀਂ। ਮਤਲਬ ਇਹ ਇੱਕ ਪਾਰਟੀ 'ਚ ਨਹੀਂ, ਇਹ ਸਾਰਿਆਂ 'ਚ ਹੀ ਹੋ ਗਿਆ। ਮਤਲਬ ਇਸ ਕਰਕੇ ਸਾਡੀਆਂ ਪਾਰਟੀਆਂ ਦਾ ਸਟੈਂਡਰਡ ਇੰਨਾ ਨੀਵਾਂ ਵਗ ਗਿਆ ਤੇ ਸਾਡੀਆਂ ਫੇਅਰ ਚੋਣਾਂ ਹੀ ਨਹੀਂ ਹੋ ਰਹੀਆਂ। ਮਤਲਬ ਫੇਅਰ ਬੰਦੇ ਕੈਂਡੀਡੇਟ ਨਹੀਂ ਆ ਰਹੇ, ਠੀਕ ਸਿਲੈਕਸ਼ਨ ਨਹੀਂ ਹੋਈ, ਵੱਡੀ ਖਾਮੀ ਹੈ। ਪਰ ਇਹਨੂੰ ਦੇਖੋ ਹੁਣ ਕੋਈ ਧਾਰਾ ਕੋਈ ਆਹੀ ਜਿਹੀ ਆਵੇ ਜਿਵੇਂ ਨੋਡਾ ਦੀ ਆ ਗਈ, ਫਿਰ ਥੋੜ੍ਹਾ ਬਹੁਤਾ ਕੋਈ ਸੁਧਾਰ ਹੋ ਸਕਦਾ। ਥੈਂਕ ਯੂ। ਦੇਖੋ ਜੀ, ਗੱਲ ਇਹ ਹੈ ਵੀ ਜਿੰਨੀਆਂ ਹੁਣ ਮੈਨੂੰ ਲੱਗਦਾ ਸਾਨੂੰ 15-20 ਮਿੰਟ ਹੋ ਗਏ ਗੱਲ ਕਰਦੇ ਨੂੰ, ਤਾਂ ਇੱਕ ਗੱਲ ਕੀ ਨਿਕਲ ਕੇ ਆਈ ਵੀ ਅਸੀਂ ਲੋਕ ਸਾਰਾ ਕੁਝ ਇਹ ਜਾਣਦੇ ਹਾਂ, ਅਸੀਂ ਇਹ ਜਾਣਦੇ ਹਾਂ ਕਿਉਂਕਿ ਇਹ ਪਬਲਿਕ ਹੈ, ਇਹ ਸਭ ਜਾਣती है, ਪਰ ਕਰ ਕੁਝ ਨਹੀਂ ਸਕਦੇ, ਹੱਥ 'ਚ ਸਾਡੇ ਕੁਝ ਨਹੀਂ। ਜੇ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ ਰਲ ਮਿਲ ਕੇ, ਕਿਉਂਕਿ ਪਬਲਿਕ ਸਾਰੀ ਜਾਣਦੀ ਹੈ ਨਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਤਾਂ ਇੱਥੇ ਵੀ ਅਸੀਂ ਬੈਠੇ ਅਸੀਂ ਚਰਚਾ ਕਰ ਸਕਦੇ ਹਾਂ, ਅਸੀਂ ਕਹਿ ਲਓ ਵੀ ਦੁੱਖੜੇ ਰੋ ਸਕਦੇ ਹਾਂ, ਅਸੀਂ ਆਪਣੇ ਸੁਝਾਅ ਦੇ ਸਕਦੇ ਹਾਂ, ਪਰ ਕਰ ਕੁਝ ਨਹੀਂ ਸਕਦੇ। ਸੇਮ ਜਿਸ ਤਰ੍ਹਾਂ ਕਿਸਾਨ ਸੀ, ਕਿਸਾਨ ਸਾਰਾ ਕੁਝ ਜਾਣਦੇ ਆ, ਉਹ ਵਿਚਾਰੇ ਹੁਣ ਜੇ ਜਾਣਾ ਚਾਹੁੰਦੇ ਨੇ ਤਾਂ ਤੁਸੀਂ ਵੇਖੋ ਹੁਣ ਉਹ ਪੱਟ ਕੇ ਜਿਹੜੀਆਂ ਸੜਕਾਂ ਨੇ ਉਹਦੇ ਤੇ ਵੀ ਕਿੱਲ ਲਾਤੇ ਗਏ ਨੇ, ਕੁਝ ਨਹੀਂ ਕਰ ਸਕਦੇ ਉਹ। ਇਹ ਲੋਕ ਜਿਹੜੇ ਰਾਜ ਕਰਦੇ ਨੇ, ਇਹ ਪਤਾ ਨਹੀਂ ਰਾਜ ਕਰਦੇ ਨੇ ਕਿ ਡਿਕਟੇਟਰ ਨੇ ਕੀ, ਇਹ ਸਾਰਾ ਕੁਝ ਜਿਹੜਾ ਆ ਇਹ ਜਨਤਾ ਜਿਹੜੀ ਹੈ ਨਾ ਇਹ ਸਭ ਕੁਝ ਜਾਣਦੀ ਹੈ, ਪਰ ਕਰ ਕੁਛ ਬਿਲਕੁਲ ਸੁਣਵਾਈ ਨਹੀਂ। ਇਹ ਸਰਦਾਰ ਗਮਦੂਤ ਸਿੰਘ ਵਾਕਈ ਗੱਲ ਸਹੀ ਹੈ ਤੁਹਾਡੀ ਕਿ ਸੁਣਵਾਈ ਨਹੀਂ ਹੈਗੀ। ਬਸ ਸੁਣਵਾਈ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ। ਬਸ ਜਾਂਦੇ ਜਾਂਦੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਵੀ ਜਦੋਂ ਵੋਟਾਂ ਹੁੰਦੀਆਂ ਉਦੋਂ ਰੈਲੀਆਂ ਕੀਤੀਆਂ ਜਾਂਦੀਆਂ, ਲੋਕਾਂ ਨੂੰ ਬੁਲਾ ਕੇ ਉੱਥੇ ਜਾਇਆ ਜਾਂਦਾ, ਭਾਵੇਂ ਉਹ ਸਾਡੇ ਕੋਈ ਵੀ ਨੇਤਾ ਹੋਵੇ, PM ਸਾਹਿਬ ਹੋਣ, ਸਾਡੇ ਕੋਈ CM ਸਾਹਿਬ ਹੋਣ ਜਾਂ ਕੋਈ ਵੀ ਹੋਵੇ, ਉਦੋਂ ਜਨਤਾ ਕੋਲ ਬੜੇ ਈਜ਼ੀਲੀ ਜਾਇਆ ਜਾਂਦਾ ਵੀ ਹਾਂਜੀ ਮੈਂ ਖੜਾ ਹੋਇਆ ਜੀ, ਮੇਰੀ ਪਾਰਟੀ ਖੜੀ ਹੋਈ ਹੈ ਤੇ ਤੁਸੀਂ ਸਾਨੂੰ ਵੋਟਾਂ ਪਾਣੀਆਂ। ਪਰ ਜਦੋਂ ਇਹੋ ਜਿਹੇ ਮਸਲੇ ਹੋ ਜਾਣ ਤੇ ਜਨਤਾ ਨੂੰ ਉਹਨਾਂ ਤੱਕ ਪਹੁੰਚਣ ਦੇ ਲਈ ਵੀ ਕਿੰਨੀਆਂ ਘਾਲਣੀਆਂ ਪੈਂਦੀਆਂ, ਕੀ ਕੁਛ ਕਰਨਾ ਪੈਂਦਾ, ਇਹ ਆਪਾਂ ਸਾਰਾ ਕੁਝ ਜਾਣਦੇ ਹਾਂ। ਬਾਕੀ ਸਾਥ ਵਿੱਚ ਬੈਠੇ ਹਾਂ, ਗੱਲਾਂ ਬਹੁਤ ਹੁੰਦੀਆਂ ਨੇ ਤੇ ਕੋਸ਼ਿਸ਼ ਕਰੀਏ ਇਹਨਾਂ ਤੋਂ ਕੁਝ ਸਿੱਖਿਆ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।